ਹੈਲੋ ਸਟੂਡੈਂਟਸ, ਅੱਜ ਆਪਾਂ ਕਰਨਾ ਆ ਸੱਗੀ ਫੁੱਲ ਕਹਾਣੀ ਦਾ ਦੂਸਰਾ ਹਿੱਸਾ। ਉੱਦਣ ਪਹਿਲੀ ਵੀਡੀਓ ਦੇ ਵਿੱਚ ਆਪਾਂ ਖ਼ਤਮ ਕੀਤੀ ਸੀ ਜਦੋਂ ਮੁੰਨੋ ਆਪਣੇ ਪੁੱਤਰ ਦੇ ਉੱਪਰ ਬਹੁਤ ਸਾਰੀਆਂ ਉਮੀਦਾਂ ਲਾਉਂਦੀ ਹੋਈ ਨਜ਼ਰ ਆਉਂਦੀ ਹੈ ਕਿ ਉਹਦਾ ਮੁੰਡਾ ਉਹਨੂੰ ਬਹੁਤ ਸਾਰੀਆਂ ਸੱਗੀਆਂ ਬਣਵਾ ਕੇ ਦੇਵੇਗਾ। ਅੱਜ ਆਪਾਂ ਇਹਦਾ ਅਗਲਾ ਹਿੱਸਾ ਸ਼ੁਰੂ ਕਰਦੇ ਹਾਂ। ਈਸਰ ਨੀਵੀਂ ਪਾਈ ਖਲੋਤਾ ਰਿਹਾ, ਉਹਨੂੰ ਜਾਪਿਆ ਜਿਵੇਂ ਉਹਦੇ ਉੱਤੇ ਕੋਈ ਡਿੱਗੀ ਹੋਵੇ। ਡਿੱਗਣੀ ਹੁੰਦਾ ਹੈ ਮੁਸੀਬਤ ਆ ਜਾਣੀ। ਹੁਣ ਜਿਹੜਾ ਈਸਰ ਸੀ ਪਹਿਲਾਂ ਤਾਂ ਉਹ ਨੀਵੀਂ ਪਾਈ ਬੈਠਾ ਰਿਹਾ, ਉਹਨੂੰ ਇੱਦਾਂ ਲੱਗਦਾ ਸੀ ਜਿਵੇਂ ਉਹਦੇ ਉੱਪਰ ਨਾ ਕੋਈ ਮੁਸੀਬਤ ਅਚਾਨਕ ਜਿਹੜੀ ਆ ਮੁਸੀਬਤ ਆ ਪਈ ਹੋਵੇ। ਉਹਦਾ ਸਾਹ ਘੁੱਟ ਰਿਹਾ ਸੀ, ਪਰ ਮੁੰਨੋ ਨੇ ਉਹਨੂੰ ਬਾਹੋਂ ਫੜ ਕੇ ਬਾਹਰ ਲੈ ਆਂਦਾ ਤੇ ਬੂਹੇ ਤਾਈਂ ਛੱਡ ਆਈ। ਈਸਰ ਜੱਕੋ ਤੱਕੀ ਹੁੰਦਾ ਨਾ ਚਾਹੁੰਦਿਆਂ ਹੋਇਆਂ ਮੰਡੀ ਦੇ ਰਾਹ ਪੈ ਗਿਆ। ਹੁਣ ਜਿਹੜਾ ਈਸ਼ਰ ਹੈ ਉਹ ਚਾਹੁੰਦਾ ਤਾਂ ਨਹੀਂ ਸੀ ਕਿ ਸੱਗੀ ਜਿਹੜੀ ਆ ਤੁੜਵਾਈ ਜਾਵੇ ਤੇ ਨਵੇਂ ਫੈਸ਼ਨ ਦੇ ਜਿਹੜੇ ਕਾਂਟੇ ਆ ਉਹ ਬਣਵਾਏ ਜਾਣ, ਨਹੀਂ ਚਾਹੁੰਦਾ ਸੀ ਉਹ ਇਕਲੌਤੀ ਸੱਗੀ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ। ਪਰ ਫਿਰ ਵੀ ਜਿਹੜਾ ਆ ਉਹ ਮੁੰਨੋ ਦੇ ਕਹਿਣ ਤੇ ਮੰਡੀ ਦੇ ਰਾਹ ਪੈ ਗਿਆ। ਤੇ ਫਿਰ ਜਦੋਂ ਨਾਨਕਾ ਮੇਲ ਈਸ਼ਰ ਦੀ ਭੈਣ ਦੇ ਸਹੁਰੀ ਆਇਆ, ਉਦੋਂ ਮੁੰਨੋ ਧਰਤੀ ਤੋਂ ਹੱਥ ਉੱਚੀ ਤੁਰ ਰਹੀ ਸੀ। ਹੁਣ ਕੀ ਹੋਇਆ, ਵਿਆਹ ਦਾ ਦਿਨ ਆ ਗਿਆ। ਸਾਰਾ ਨਾਨਕਾ ਮੇਲ ਜਿਹੜਾ ਸੀ ਉਹ ਈਸਰ ਦੀ ਭੈਣ ਦੇ ਘਰ ਜਦੋਂ ਪਹੁੰਚਿਆ ਤਾਂ ਉਸ ਸਮੇਂ ਜਿਹੜੀ ਮੁੰਨੋ ਸੀਗੀ ਨਾ, ਉਹਦੇ ਤਾਂ ਪੈਰ ਹੀ ਧਰਤੀ 'ਤੇ ਨਹੀਂ ਸੀ ਲੱਗ ਰਹੇ, ਉਹ ਤਾਂ ਜ਼ਮੀਨ ਤੋਂ ਉੱਪਰ ਹੀ ਸੀ। ਕਿਉਂਕਿ ਉਹਨੂੰ ਇੱਦਾਂ ਲੱਗਦਾ ਸੀ ਕਿ ਉਹਨੇ ਜਿਹੜਾ ਹੈ ਅੱਜ ਵਿਆਹ ਦੇ ਲਈ ਬਹੁਤ ਚੰਗਾ ਲੈਣ ਦੇਣ ਕਰਨਾ ਆ, ਬਹੁਤ ਉਹਨੇ ਜਿਹੜੀਆਂ ਆ ਵਧੀਆ ਆਪਣੇ ਵੱਲੋਂ ਤਿਆਰੀ ਕੀਤੀ ਆ। ਉਹਦੇ ਨਵੇਂ ਫੈਸ਼ਨ ਦੇ ਕਾਂਟਿਆਂ ਤੇ ਸੁੱਚੇ ਤਿਉਹਾਰਾਂ ਦੀ ਹੀ ਚਰਚਾ ਅੰਗ ਸਾਕ ਕਰ ਰਹੇ ਸੀ। ਹੁਣ ਜਿਹੜਾ ਮੁੰਨੋ ਨੇ ਨਵੇਂ ਫੈਸ਼ਨ ਦੇ ਕਾਂਟੇ ਬਣਵਾਏ ਸੀ ਤੇ ਸੁੱਚੇ ਤਿਉਹਾਰ ਮਤਲਬ ਜਿਹੜੇ ਉਹਨੇ ਬਾਕੀ ਕੱਪੜਾ ਲੱਤਾ ਹੋ ਗਿਆ, ਹੋਰ ਜਿਹੜੀਆਂ ਉਹਨੇ ਚੀਜ਼ਾਂ ਬਣਵਾਈਆਂ ਸੀਗੀਆਂ ਨਾ, ਸਾਰੇ ਰਿਸ਼ਤੇਦਾਰ ਉਹਦੀਆਂ ਹੀ ਗੱਲਾਂ ਬਾਤਾਂ ਕਰ ਰਹੇ ਸੀ। ਉਹਦੀ ਜਠਾਣੀ ਤੋਂ ਜਿਹੜੀ ਕਿਤੇ ਦੀ ਠੂਹੇ ਵਾਂਗ ਟੱਪਦੀ ਫਿਰਦੀ ਸੀ, ਮੱਖੀ ਨਹੀਂ ਸੀ ਉੱਡਦੀ। ਕਹਿੰਦੀ ਕਿ ਜਿਹੜੀ ਪਹਿਲਾਂ ਉਹਦੀ ਜਠਾਣੀ ਸਾਰੇ ਪਿੰਡ ਦੇ ਵਿੱਚ ਜਿਹੜੀ ਹੈ ਨਾ ਟੱਪਦੀ ਫਿਰਦੀ ਸੀ ਠੂਹੇ ਵਾਂਗ ਕਿ ਮੁੰਨੋ ਨੇ ਚੰਗਾ ਲੈਣ ਦੇ ਨਹੀਂ ਕਰਨਾ, ਇਹਦੇ ਕੋਲ ਜਿਹੜਾ ਆ ਚੰਗਾ ਲੈਣ ਦੇ ਨਹੀਂ ਹੋਣਾ ਨਾ। ਹੁਣ ਉਹਦੀ ਹਾਲਤ ਕਿਹਦੇ ਵਰਗੀ ਬਣ ਗਈ ਸੀ, ਮੱਖੀ ਵਰਗੀ, ਜਿਹੜੀ ਕਿ ਇੱਕ ਵਾਰੀ ਬੈਠੇ ਤੇ ਫਿਰ ਉੱਠ ਨਾ ਸਕੇ। ਮੁੰਨੋ ਮੁੜ ਆਪਣੀ ਜਠਾਣੀ ਵੱਲ ਝਾਕਦੀ, ਪਰ ਉਹ ਅੱਗੋਂ ਅੱਖ ਉੱਚੀ ਨਹੀਂ ਸੀ ਕਰ ਸਕਦੀ। ਹੁਣ ਮੁੰਨੋ ਦੀ ਜਿਹੜੀ ਆਸ ਸੀ ਉਹ ਪੂਰੀ ਹੋ ਗਈ ਸੀ। ਉਹ ਚਾਹੁੰਦੀ ਸੀ ਕਿ ਆਪਣੀ ਜਠਾਣੀ ਦਾ ਜਿਹੜਾ ਸਿਰ ਆ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਨੀਵਾਂ ਕਰ ਦੇਵੇ, ਉਹ ਚੰਗਾ ਲੈਣ ਦੇਣ ਕਰੇ। ਤਾਂ ਮੁੰਨੋ ਦੀ ਆਸ ਤਾਂ ਪੂਰੀ ਹੋ ਗਈ, ਕਿਉਂਕਿ ਸਾਰੇ ਪਾਸੇ ਜਿਹੜੀ ਹੈ ਮੁੰਨੋ ਦੇ ਲੈਣ ਦੇਣ ਦੀ ਹੀ ਚਰਚਾ ਹੋ ਰਹੀ ਸੀ। ਜੰਝ ਤੋਰ ਕੇ, ਜੰਝ ਮਤਲਬ ਬਰਾਤ। ਅੱਗੇ ਕੀ ਰਿਵਾਜ਼ ਸੀ ਬੱਚੇ, ਜਦੋਂ ਵਿਆਹ ਸ਼ਾਦੀ ਹੁੰਦਾ ਸੀ ਤਾਂ ਔਰਤਾਂ ਜਿਹੜੀਆਂ ਆ ਉਹ ਘਰ 'ਚ ਹੀ ਰਹਿੰਦੀਆਂ ਸੀ ਤੇ ਜਿਹੜੇ ਆਦਮੀ ਹੁੰਦੇ ਸੀ ਉਹ ਵਿਆਹੁਣ ਦੇ ਲਈ ਜਾਂਦੇ ਸੀ। ਔਰਤਾਂ ਜਿਹੜੀਆਂ ਆ ਘਰ ਦੇ ਵਿੱਚ ਹੀ ਰਹਿੰਦੀਆਂ ਸੀ। ਜੰਝ ਤੋਰ ਕੇ ਮਿਲਣਾ ਜਦੋਂ ਗਿੱਧਾ ਪਾਉਣ ਲੱਗੀਆਂ ਤਾਂ ਮੁੰਨੋ ਨੱਚਣ ਲਈ ਆਪ ਵਿਚਾਲੇ ਆ ਖੜੋਤੀ। ਉਂਝ ਵੀ ਨਾਨਕੇ ਮੇਲ ਵਿੱਚੋਂ ਉਹ ਉਮਰੋਂ ਸਭ ਤੋਂ ਛੋਟੀ ਸੀ ਤੇ ਰੂਪ ਵੀ ਅੱਜ ਉੱਤੇ ਲੋੜੇ ਦਾ ਚੜਿਆ ਸੀ। ਰੂਪ ਮਤਲਬ ਸੁੰਦਰਤਾ। ਜਦੋਂ ਬਰਾਤ ਜਿਹੜੀ ਸੀ ਉਹ ਵਿਆਹ ਚਲੀ ਗਈ ਔਰ ਸਾਰੀਆਂ ਜਿਹੜੀਆਂ ਮੇਲਣਾ ਸੀ ਉਹਨਾਂ ਨੇ ਗਿੱਧਾ ਪਾਉਣਾ ਸ਼ੁਰੂ ਕੀਤਾ ਤਾਂ ਉਸ ਵਿੱਚ ਸਭ ਤੋਂ ਜ਼ਿਆਦਾ ਚਰਚਾ ਕਿਹਦੀ ਸੀ, ਮੁੰਨੋ ਦੀ। ਕਿਉਂਕਿ ਇੱਕ ਤਾਂ ਉਹ ਉਮਰ ਵਿੱਚ ਸਭ ਤੋਂ ਛੋਟੀ ਸੀ ਤੇ ਦੂਸਰਾ ਜਿਹੜਾ ਆ ਵਿਆਹ ਦੇ ਵਿੱਚ ਉਹਨੂੰ ਰੂਪ ਵੀ ਅੱਜ ਜਿਹੜਾ ਨਾ ਅੱਤ ਦਾ ਚੜਿਆ ਹੋਇਆ ਸੀ, ਸਭ ਤੋਂ ਸੋਹਣੀ ਲੱਗ ਰਹੀ ਸੀ ਉਹ। ਮੇਲਣਾ ਨੇ ਗਿੱਧਾ ਸ਼ੁਰੂ ਕੀਤਾ। ਅਕਰਾਂ ਤਾਂ ਮੁੰਨੋ ਦੀਆਂ ਗੱਲਾਂ ਸੰਗ ਨਾਲ ਮਤਲਬ ਸ਼ਰਮ ਨਾਲ, ਅਕਰਾ ਮਤਲਬ ਪਹਿਲਾਂ, ਕਿ ਪਹਿਲਾਂ ਜਦੋਂ ਗਿੱਧਾ ਸ਼ੁਰੂ ਕੀਤਾ ਨਾ, ਪਹਿਲਾਂ ਤਾਂ ਮੁੰਨੋ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਨਾ ਸ਼ਰਮ ਦੇ ਨਾਲ ਉਹਦੇ ਹਵਾ ਪਿਆਜੀ ਸਿਰਕੇ ਵਰਗੀਆਂ ਹੋ ਗਈਆਂ। ਹਵਾ ਪਿਆਜੀ ਸਿਰਕੇ ਮਤਲਬ ਲਾਲ ਰੰਗ ਦੀਆਂ ਹੋ ਗਈਆਂ, ਜਿੱਦਾਂ ਕਹਿ ਲਓ ਗੁਲਾਬੀ ਜੇ ਰੰਗ ਦੀਆਂ। ਜਿੱਦਾਂ ਆਪਾਂ ਪਿਆਜ਼ ਜਿਹੜਾ ਆ ਸਿਰਕੇ ਦੇ ਵਿੱਚ ਪਾ ਦਈਏ ਤਾਂ ਉਹ ਗੁਲਾਬੀ ਜੇ ਰੰਗ ਦਾ ਹੋ ਜਾਂਦਾ ਨਾ। ਪਹਿਲਾਂ ਤਾਂ ਸ਼ਰਮ ਦੇ ਨਾਲ ਉਹਦੀਆਂ ਗੱਲਾਂ ਜਿਹੜੀਆਂ ਨਾ ਐਨੂੰ ਇਸਦਾ ਪਿਆਜੀ ਸਿਰਕੇ ਵਰਗੀਆਂ ਹੋ ਗਈਆਂ। ਪਰ ਬਿੰਦ ਮਤਲਬ ਐਨੂੰ ਥੋੜ੍ਹੇ ਕੁ ਹੀ ਸਮੇਂ ਪਿੱਛੋਂ ਅੱਡੀ ਗਿੱਧੇ ਦੀ ਤਾਲ ਦੇ ਨਾਲ ਵੱਜਣ ਲੱਗੀ ਤੇ ਥੋੜ੍ਹੀ ਹੀ ਦੇਰ ਬਾਅਦ ਉਹਨੇ ਆਪਣੀ ਜਿਹੜੀ ਸੀ ਸਾਰੀ ਸ਼ਰਮ ਲਾ ਕੇ ਜਿਹੜੀ ਆ ਉਹਦੀ ਪੈਰ ਦੀ ਅੱਡੀ ਜਿਹੜੀ ਸੀ ਨਾ ਉਹ ਗਿੱਧੇ ਦੀ ਧਮਕ ਦੇ ਨਾਲ ਵੱਜਣ ਲੱਗ ਪਈ। ਸਾਰੇ ਅੰਗ ਪਾਰੇ ਵਾਂਗ ਥਰਕਣ ਲੱਗੇ ਤੇ ਉਹਦਾ ਸਾਰਾ ਸਰੀਰ ਜਿਹੜਾ ਸੀ ਨਾ ਉਹ ਐਨੂੰ ਗਿੱਧੇ ਦੀ ਤਾਲ ਦੇ ਨਾਲ ਤਾਲ ਮਿਲਾ ਕੇ ਨੱਚਣ ਲੱਗਾ। ਸਿਰਕੇ ਦੀਆਂ ਕੰਨੀਆਂ, ਸਿਰਕਾ ਹੁੰਦਾ ਆ ਕੱਪੜੇ ਦਾ ਕਿਨਾਰਾ, ਕੰਨੀ ਫੜ ਕੇ,
ਫੜ ਕੇ ਜਦੋਂ ਉਹ ਗੇੜਾ ਦਿੱਤਾ, ਲੱਕ ਸੱਪੜੀ ਵਾਂਗ ਸੱਤ ਵੱਲ ਖਾ ਗਿਆ। ਤੇ ਜਦੋਂ ਉਹਨੇ ਜਿਹੜਾ ਸੀ ਆਪਣੀ ਚੁੰਨੀ ਦਾ ਕਿਨਾਰਾ ਫੜ ਕੇ ਗਿੱਧੇ ਦੇ ਵਿੱਚ ਆਪਣਾ ਲੱਕ ਮਟਕਾਇਆ ਨਾ, ਤਾਂ ਇੱਦਾਂ ਲੱਗਦਾ ਸੀ ਕਿ ਜਿਵੇਂ ਸੱਪਣੀ ਜਿਹੜੀ ਹੈ ਨਾ ਉਹ ਸੱਤ ਵੱਲ ਖਾ ਰਹੀ ਹੈ। ਇੱਦਾਂ ਉਹਦਾ ਲੱਕ ਜਿਹੜਾ ਸੀ ਨਾ ਹੁਲਾਰੇ ਖਾ ਰਿਹਾ ਸੀ। ਉਹਦੀਆਂ ਅੱਡੀਆਂ ਨਾਲ ਵਿਹੜੇ ਵਿੱਚ ਪੰਜੇਬਾਂ ਦੇ ਘੁੰਗਰੂਆਂ ਵਾਂਗ ਜੰਜੀਰੀ ਉਲੀਕੀ ਗਈ। ਤਾਂ ਸਾਰੇ ਪਾਸੇ ਜਿਹੜੀ ਹੈ ਨਾ ਮੁੰਨੋ ਦੇ ਹੀ ਗਿੱਧੇ ਦੀ ਚਰਚਾ ਸੀ। ਉਹਦੇ ਪੈਰ 'ਚ ਪਾਏ ਹੋਏ ਘੁੰਗਰੂਆਂ ਦੀ ਜਿਹੜੀ ਆਵਾਜ਼ ਸੀ ਨਾ, ਉਹ ਸਾਰੇ ਪਾਸੇ ਧਮਾਲ ਪਾ ਰਹੀ ਸੀ। ਗਿੱਧਾ ਪਾਉਂਦਿਆਂ ਮੇਲਣਾਂ ਦੇ ਹੱਥ ਅੰਬ ਚਲੇ ਸਨ। ਅੰਬ ਮਤਲਬ ਥੱਕ ਗਏ ਸੀ। ਜਿੰਨੀਆਂ ਔਰਤਾਂ ਗਿੱਧਾ ਪਾ ਰਹੀਆਂ ਸੀ ਨਾ, ਉਹ ਸਾਰੀਆਂ ਹੀ ਥੱਕ ਗਈਆਂ ਸੀ। ਪਰ ਮੁੰਨੋ ਨੂੰ ਸਗੋਂ ਹੋਰ ਖੁਮਾਰੀ ਚੜ੍ਹਨੀ ਦੀ ਜੋਸ਼ ਆਣਾ ਕਿ ਬਾਕੀ ਔਰਤਾਂ ਤਾਂ ਜਿਹੜੀਆਂ ਸੀ ਉਹ ਥੱਕ ਰਹੀਆਂ ਸੀ, ਪਰ ਅੱਜ ਮੁੰਨੋ ਜਿਹੜੀ ਆ ਉਹ ਥੱਕਣ 'ਚ ਨਹੀਂ ਸੀ ਆ ਰਹੀ। ਉਹਨੂੰ ਤਾਂ ਖੁਸ਼ੀ ਦੇ ਮਾਰੇ ਜਿਹੜੀ ਆ ਨਾ ਹੋਰ ਵੀ ਮਸਤੀ ਚੜ੍ਹਦੀ ਪਈ ਸੀ, ਜੋਸ਼ ਆ ਰਿਹਾ ਸੀ ਉਹਨੂੰ। ਗਲੀ ਵਿੱਚ ਪਿੰਡ ਦੇ ਗੱਭਰੂਆਂ ਦਾ ਖਾਸਾ ਇਕੱਠ ਹੋ ਗਿਆ। ਕਈ ਗਿੱਧੇ ਦੀ ਲੋਰ ਵਿੱਚ ਆਏ ਮੇਲਣਾਂ ਦੇ ਹੋਰ ਨੇੜੇ ਹੁੰਦੇ ਜਾਂਦੇ ਸਨ। ਮਿੱਤਰਾ ਕੰਨ ਦੀਆਂ ਅੱਖਾਂ ਵੇਖ ਕਿਵੇਂ ਨਗਾਂ ਆਂਗੂ ਦਗਦੀਆਂ ਮਤਲਬ ਚਮਕਦੀਆਂ ਨੇ। ਹੁਣ ਵਿੱਚੋਂ ਜਿਹੜੇ ਮੁੰਡੇ ਹੋਏ ਸੀ ਨਾ, ਉਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਮਿੱਤਰਾ ਕੰਨ ਦੀਆਂ ਅੱਖਾਂ ਵੇਖ ਕਿਵੇਂ ਰੰਨ ਦੀਆਂ ਅੱਖਾਂ, ਰੰਨ ਹੁੰਦਾ ਔਰਤ, ਰੰਨ ਦੀਆਂ ਅੱਖਾਂ ਵੇਖ ਕਿਵੇਂ ਨਗਾਂ ਆਂਗੂ ਦਗਦੀਆਂ। ਵਿੱਚੋਂ ਜਿਹੜਾ ਸੀ ਉਹਨਾਂ ਨੇ ਕੀ ਬੋਲਣਾ ਸ਼ੁਰੂ ਕੀਤਾ ਕਿ ਉਸ ਔਰਤ ਦੀਆਂ ਅੱਖਾਂ ਵੇਖ ਕਿਵੇਂ ਨਗਾਂ ਵਾਂਗੂ, ਜਿੱਦਾਂ ਨਗ ਚਮਕਦੇ ਆ ਨਾ, ਉਵੇਂ ਨਗ ਵਾਂਗੂ ਚਮਕਦੀਆਂ ਉਹਦੀਆਂ। ਗਿੱਧੇ ਵਾਲੀਆਂ ਦੇ ਨੇੜੇ ਆਏ ਦੋ ਗੱਭਰੂਆਂ ਵਿੱਚੋਂ ਇੱਕ ਨੇ ਨਾਲ ਦੇ ਨੂੰ ਕਿਹਾ। ਹੁਣ ਜਿਹੜੇ ਉੱਥੇ ਗੱਭਰੂ ਖੜੇ ਸੀ ਨਾ, ਉਹ ਦੋ ਮੁੰਡੇ ਆਪਸ ਦੇ ਵਿੱਚ ਕੀ ਗੱਲਾਂ ਕਰਦੇ ਪਏ ਸੀ ਕਿ ਉਹਦੀਆਂ ਜਿਹੜੀਆਂ ਅੱਖਾਂ ਆ ਕਿਵੇਂ ਨਗਾਂ ਵਾਂਗੂ ਚਮਕਦੀਆਂ। ਕੀ ਪੁੱਛਦੇ, ਦੂਜੇ ਨੇ ਮਸਤੀ ਨਾਲ ਜਵਾਬ ਦਿੱਤਾ, ਪਰ ਜੇ ਕਿਤੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤੜ ਛੜਿਆਂ ਦੇ ਆਹੂ ਕਿਹੜਾ ਲਾ ਦਿੰਦੀ। ਹੁਣ ਜਿਹੜਾ ਸੀ ਇੱਕ ਪਾਸੇ ਤਾਂ ਉਹ ਮੁੰਨੋ ਦੀ ਸੁੰਦਰਤਾ ਦੀ ਚਰਚਾ ਕਰਦੇ ਪਏ ਸੀ, ਪਰ ਦੂਸਰੇ ਪਾਸੇ ਜਿਹੜਾ ਸੀ ਉਹਨੇ ਕੀ ਕਿਹਾ ਕਿ ਜੇਕਰ ਉਹਨੇ ਆਪਣੇ ਸਿਰ ਉੱਚਾ ਕਰਕੇ ਸੱਗੀ ਪਾਈ ਹੁੰਦੀ ਨਾ, ਤਾਂ ਅੱਜ ਉਹਨੇ ਸਾਰੇ ਛੜਿਆਂ ਮਤਲਬ ਕੁਆਰਿਆਂ ਨੂੰ ਜਿਹੜਾ ਹੈ ਨਾ ਇੱਥੇ ਮਾਰ ਹੀ ਦੇਣਾ ਸੀ। ਉਹਦੀ ਸੁੰਦਰਤਾ ਨੇ, ਉਹਨੇ ਸਿਰ 'ਤੇ ਸੱਗੀ ਨਹੀਂ ਨਾ ਪਾਈ ਸੀ, ਸੱਗੀ ਦੀ ਕਸਰ ਰਹਿ ਗਈ, ਬਾਕੀ ਜਿਹੜੀ ਆ ਰੰਨ ਸੋਹਣੀ ਬਹੁਤ ਹੈ। ਗੱਲ ਤਾਂ ਤੇਰੀ ਪੱਕੀ ਹੈ। ਪਹਿਲੇ ਨੇ ਉਹਦੀ ਗੱਲ ਦਾ ਹੁੰਗਾਰਾ ਭਰਿਆ, ਹੁੰਗਾਰਾ ਮਤਲਬ ਹਾਂ ਦੇ ਵਿੱਚ ਹਾਂ ਮਿਲਾਈ। ਕੱਲੇ ਫੁੱਲ ਤਾਂ ਉਹੀ ਵੱਛਰੂ ਦੇ ਸਿੰਗਾਂ ਆਂਗੂ ਲੱਗਦੇ ਆ। ਹੁਣ ਉਹਨੇ ਸੱਗੀ ਤਾਂ ਪਾਈ ਨਹੀਂ ਸੀ, ਸੱਗੀ ਦੇ ਤਾਂ ਉਹਨੇ ਕਾਂਟੇ ਬਣਵਾ ਲਏ ਸੀਗੇ, ਤਾਂ ਉਹਨੇ ਸਿਰ 'ਤੇ ਸਿਰਫ ਕੀ ਪਾਏ ਹੋਏ ਸੀ, ਦੋਨਾਂ ਪਾਸਿਆਂ 'ਤੇ ਫੁੱਲ ਲਾਏ ਹੋਏ ਸੀ ਜਿਹੜੇ ਸੱਗੀ ਦੇ ਨਾਲ ਪਾਏ ਜਾਂਦੇ। ਤਾਂ ਵਿੱਚੋਂ ਦੂਜੇ ਨੇ ਕੀ ਕਿਹਾ ਕਿ ਉਹਨੇ ਜਿਹੜੇ ਇਕੱਲੇ ਫੁੱਲ ਪਾਏ ਹੋਏ ਨਾ, ਉਹ ਤਾਂ ਜਿਵੇਂ ਵੱਛੇ ਦੇ ਹੁੰਦੇ ਨਾ ਸਿੰਘ ਛੋਟੇ ਛੋਟੇ, ਉਹਦੇ ਵਾਂਗੂ ਲੱਗਦੇ ਆ ਪਾਏ ਹੋਏ। ਪਰ ਉਹ ਰੱਬ ਨੇ ਰੂਪ ਦੇਣ ਵੇਲੇ ਭੋਰਾ ਸੂੰਪੂਰਾ ਨਹੀਂ ਕੀਤਾ। ਸੂੰਪੂਰਾ ਮਤਲਬ ਕੰਜੂਸੀ ਨਹੀਂ ਕੀਤੀ ਕਿ ਰੱਬ ਨੇ ਜਿਹੜਾ ਹੈ ਨਾ ਮੁੰਨੋ ਨੂੰ ਸੁਹੱਪਣ ਤਾਂ ਰੱਜ ਕੇ ਦਿੱਤਾ ਹੈ, ਕੋਈ ਕਮੀ ਨਹੀਂ ਰੱਖੀ। ਜਿਵੇਂ ਕਿਤੇ ਵਿਹਲਾ ਬਹਿ ਕੇ ਘੜੀ ਹੁੰਦੀ ਮਤਲਬ ਬਣਾਈ ਹੁੰਦੀ, ਕਿਤੇ ਤੱਥਾ ਨਹੀਂ ਛੱਡੀ, ਜਮਾ ਇੰਦਰ ਦੇ ਖਾੜੇ ਦੀ ਪਰੀ ਲੱਗਦੀ ਆ। ਕਿ ਉਸ ਤਰ੍ਹਾਂ ਤਾਂ ਜਿਹੜੀ ਮੁੰਨੋ ਹੈ ਨਾ, ਉਹਨੂੰ ਬਣਾਉਣ ਸਮੇਂ ਰੱਬ ਨੇ ਕੋਈ ਕੰਜੂਸੀ ਨਹੀਂ ਵਰਤੀ, ਰਚ ਕੇ ਸੁੰਦਰਤਾ ਬਖਸ਼ੀ ਹੈ। ਅਤੇ ਉਹ ਕੀ ਲੱਗਦੀ ਹੈ, ਇੰਦਰ ਦੇਵਤਾ ਦੇ ਅਖਾੜੇ ਦੀ ਪਰੀ ਲੱਗਦੀ ਆ, ਪਰੀਆਂ ਤੋਂ ਘੱਟ ਨਹੀਂ ਹੈਗੀ ਉਹ। ਪਰ ਸਿਰ ਦੇ ਉੱਪਰ ਸੱਗੀ ਨਹੀਂ ਪਾਈ ਹੋਈ, ਇਕੱਲੇ ਫੁੱਲ ਆਏ ਆ ਜਿਹੜੇ ਕਿ ਬਿਲਕੁਲ ਕੀ ਲੱਗਦੇ ਆ, ਵੱਛੇ ਦੇ ਸਿੰਗਾਂ ਵਰਗੇ ਲੱਗਦੇ ਆ। ਗਿੱਧਾ ਮੱਠਾ ਪੈਂਦਾ ਬੰਦ ਹੋ ਗਿਆ। ਅਖੀਰ ਮੁੰਨੋ ਦਾ ਜਿਹੜਾ ਜੋਸ਼ ਸੀ ਉਹ ਢਿੱਲਾ ਪੈ ਗਿਆ। ਉਹਦਾ ਜਿਹੜਾ ਗਿੱਧਾ ਸੀ ਹੌਲੀ ਹੌਲੀ ਬੰਦ ਹੋ ਗਿਆ। ਕੋਈ ਮੇਲਣ ਬੋਲੀ ਪਾਉਣ ਲੱਗੀ ਸੀ। ਬੋਲੀ ਦੇ ਤੌੜੇ ਨਾਲ ਗਿੱਧੇ ਦੀ ਧਮਕਾਰ ਫਿਰ ਪੈਣ ਲੱਗ ਪਈ, ਪਰ ਹੁਣ ਮੁੰਨੋ ਦੀ ਅੱਡੀ ਦਾ ਤਾਲ ਥਿਰਕਣ ਲੱਗ ਪਿਆ ਸੀ। ਸਾਰੇ ਅੰਗ ਜਿਵੇਂ ਸਿਲ ਪੱਥਰ ਹੁੰਦੇ ਜਾਂਦੇ ਸਨ। ਮੂੰਹ ਉੱਤੇ ਪਿਲੱਤਰ ਮਤਲਬ ਪੀਲਾਪਨ। ਉਹਦੇ ਥਿਰਕਦੇ ਪੈਰਾਂ ਨਾਲ ਗਿੱਧੇ ਦੀ ਤਾਲ ਵੀ ਉਖੜਨ ਲੱਗ ਪਈ ਸੀ। ਕਹਿੰਦੀ ਕਿ ਉਹੀ ਮੁੰਨੋ ਜਿਹੜੀ ਕਿ ਪਹਿਲਾਂ ਗਿੱਧੇ ਦੇ ਵਿੱਚ ਕਹਿ ਲਓ ਜੋਸ਼ ਆਇਆ ਹੋਇਆ ਸੀ, ਗਿੱਧੇ ਦੇ ਵਿੱਚ ਉਹਨੇ ਧਮਾਲ ਪਾਈ ਹੋਈ ਸੀ ਨਾ, ਹੁਣ ਉਸੇ ਹੀ ਮੁੰਨੋ ਦੇ ਪੈਰ ਜਿਹੜੇ ਆ ਉਹ ਗਿੱਧੇ ਦੇ ਵਿੱਚ ਥਿਰਕਣ ਲੱਗ ਪਏ ਸੀ, ਉਖੜਨ ਲੱਗ ਪਏ ਸੀ, ਅਤੇ ਉਹਦੇ ਸਾਰੇ ਅੰਗ ਜਿਹੜੇ ਨਾ ਇਹਨੂੰ ਪੱਥਰ ਦੇ ਵਾਂਗ ਹੋ ਗਏ ਸੀ। ਜਿਵੇਂ ਉਹਨੂੰ ਇੱਦਾਂ ਲੱਗਦਾ ਸੀ ਕਿ ਕੋਈ ਜਿਹੜਾ ਹੈ ਨਾ ਉਹਨੂੰ ਗਮ ਮਾਰ ਗਿਆ ਸੀ ਅੰਦਰੋਂ ਦੀ ਅੰਦਰੋਂ। ਹੋਇਆ ਕੀ ਸੀ ਮੁੰਨੋ ਨੂੰ,
ਗਿੱਧਾ ਬੰਦ ਹੋ ਗਿਆ, ਮੁੰਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਬਹਿ ਗਈ। ਹੁਣ ਜਿਹੜਾ ਆ ਮੁੰਨੋ ਨੇ ਬਹਾਨਾ ਕੀ ਬਣਾਇਆ ਸੀ ਕਿ ਗਿੱਧਾ ਪਾਉਂਦਿਆਂ ਪਾਉਂਦਿਆਂ ਕੀ ਹੋ ਗਿਆ, ਉਹਦੇ ਸੱਜੇ ਪੈਰ ਦਾ ਗਿੱਟਾ ਜਿਹੜਾ ਆ ਉਹਨੂੰ ਉਹਦੇ ਵਿੱਚ ਦਰਦ ਆ, ਉਹ ਗਿੱਟਾ ਫੜ ਕੇ ਬਹਿ ਗਈ। ਕੁੜੇ ਕੀ ਹੋਇਆ, ਸਾਰਿਆਂ ਨੇ ਹੈਰਾਨੀ ਨਾਲ ਇੱਕੋ ਵਾਰੀ ਪੁੱਛਿਆ। ਗਿੱਟੇ ਨੂੰ ਮੋਚ ਆ ਗਈ, ਮੁੰਨੋ ਨੇ ਮਲਵੀ ਜੀਭ ਨਾਲ ਜਵਾਬ ਦਿੱਤਾ। ਹੁਣ ਮੁੰਨੋ ਕਰੇ ਕੀ ਵਿਚਾਰੀ ਕਿ ਅੰਦਰੋਂ ਹੀ ਅੰਦਰੋਂ ਜਿਹੜਾ ਸੀ ਉਹਨੂੰ ਸਖਤਾ ਤਾਂ ਮਾਰ ਹੀ ਗਿਆ ਸੀ, ਦੁੱਖ ਤਾਂ ਖਾ ਹੀ ਗਿਆ ਸੀ, ਪਰ ਹੁਣ ਜਿਹੜਾ ਆ ਉਹ ਕੁਝ ਬੋਲ ਤਾਂ ਸਕਦੀ ਨਹੀਂ ਸੀ। ਇਸ ਕਰਕੇ ਉਹਨੇ ਜਿਹੜਾ ਸੀ ਕੀ ਜਵਾਬ ਦਿੱਤਾ ਕਿ ਗਿੱਟੇ ਨੂੰ ਕੀ ਆ ਗਈ, ਉਹਦੇ ਮੋਚ ਆ ਗਈ ਆ, ਜਿਹਦੇ ਕਰਕੇ ਹੁਣ ਉਹ ਗਿੱਧਾ ਨਹੀਂ ਪਾ ਸਕਦੀ। ਪਰ ਸਿਆਣੀਆਂ ਤਾੜ ਗਈਆਂ ਮਤਲਬ ਸਮਝ ਗਈਆਂ, ਸਿਆਣੀਆਂ ਮਤਲਬ ਸਿਆਣੀ ਉਮਰ ਦੀਆਂ ਜਿਹੜੀਆਂ ਔਰਤਾਂ ਸੀ ਉਹ ਸਮਝ ਗਈਆਂ ਸੀ। ਕੀ ਸਮਝ ਗਈਆਂ ਸੀ, ਮੰਚ ਉੱਤੇ ਕਿਤੇ ਹੋਰ ਮੋਚ ਉਹਦੇ ਕਿਤੇ ਹੋਰ ਆਈ ਹੈ, ਕਿ ਅਸਲ ਮਾਇਨੇ ਦੇ ਵਿੱਚ ਇਹ ਮੋਚ ਜਿਹੜੀ ਹੈ ਨਾ ਉਹਦੇ ਪੈਰ ਦੇ ਗਿੱਟੇ ਦੇ ਵਿੱਚ ਨਹੀਂ ਸੀ ਆਈ, ਉਹ ਕਿਤੇ ਹੋਰ ਆਈ ਸੀ। ਤੇ ਉਹ ਮੋਚ ਕਿੱਥੇ ਸੀ, ਇਹ ਮੋਚ ਅਸਲ ਦੇ ਵਿੱਚ ਉਹਦੇ ਦਿਲ ਦੇ ਵਿੱਚ ਆਈ ਸੀ। ਕਿਵੇਂ, ਮੇਲਨ ਨੂੰ ਤਾਂ ਜੁੱਟਾਂ ਨਜ਼ਰ ਲੱਗ ਗਈ ਏ, ਉਹਨਾਂ ਦੋਨਾਂ ਗੱਭਰੂਆਂ ਵਿੱਚੋਂ ਇੱਕ ਨੇ ਕਿਹਾ ਤੇ ਚੁੱਪ ਕਰਕੇ ਤੁਰ ਪਏ। ਹੁਣ ਜਿਹੜੇ ਉਹ ਦੋਨੋਂ ਹੀ ਮੁੰਡੇ ਸੀ ਜਿਹੜੇ ਕਿ ਕਹਿ ਲਓ ਉਹਦੇ ਸੁਹੱਪਣ ਦੀਆਂ ਗੱਲਾਂ ਕਰਦੇ ਫਿਰਦੇ ਸੀਗੇ ਨਾ, ਉਹਨਾਂ ਦੇ ਵਿੱਚੋਂ ਹੁਣ ਕੀ ਕਿਹਾ ਗੱਭਰੂਆਂ ਨੇ ਕਿ ਮੇਲਨ ਨੂੰ ਤਾਂ ਜੁੱਟਾ ਨਜ਼ਰ ਲੱਗ ਗਈ, ਕਿ ਜਿਹੜੀ ਮੇਲਨ ਸੀ ਮਤਲਬ ਜਿਹੜੀ ਮੁੰਨੋ ਸੀ ਜਿਹਨੇ ਗਿੱਧਾ ਪਾਉਂਦੀ ਥੱਕਦੀ ਨਹੀਂ ਸੀ ਨਾ, ਉਹਨੂੰ ਨਜ਼ਰ ਲੱਗ ਗਈ ਆ, ਉਹਦੇ ਸੁਹੱਪਣ ਨੂੰ ਨਜ਼ਰ ਲੱਗ ਗਈ ਹੈ। ਤੇ ਇੱਦਾਂ ਗੱਲਾਂ ਕਰਦੇ ਕਰਦੇ ਜਿਹੜੇ ਸੀ ਉਹ ਚੁੱਪ ਕਰਕੇ ਉੱਥੋਂ ਤੁਰ ਪਏ। ਹੁਣ ਇੱਥੇ ਅਖੀਰ ਦੇ ਵਿੱਚ ਜਿਹੜਾ ਹੈ ਉਹ ਦੱਸਿਆ ਗਿਆ ਆ ਕਿ ਅਖੀਰ ਦੇ ਵਿੱਚ ਜਿਹੜੀ ਮੁੰਨੋ ਹੈ ਉਹ ਆਪਣੀ ਗਲਤੀ 'ਤੇ ਪਛਤਾਉਂਦੀ ਹੋਈ ਨਜ਼ਰ ਆਉਂਦੀ ਹੈ। ਬੇਸ਼ੱਕ ਈਸ਼ਰ ਨੇ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨੂੰ ਜਿਹੜਾ ਹੈ ਆਪਣੀ ਸੱਗੀ ਵੇਚਣੀ ਨਹੀਂ ਚਾਹੀਦੀ, ਉਹਨੂੰ ਡੰਗ ਸਾਰਨਾ ਚਾਹੀਦਾ ਹੈ, ਅੱਡੀ ਚੱਕੇ ਫਾਹਾ ਨਹੀਂ ਲੈਣਾ ਚਾਹੀਦਾ, ਪਰ ਮੁੰਨੋ ਨੇ ਇੱਕੋ ਰੱਟ ਫੜੀ ਹੋਈ ਸੀ ਕਿ ਉਹਨੇ ਵਿਆਹ 'ਤੇ ਗੱਜ ਵੱਜ ਕੇ ਜਾਣਾ ਆ। ਇਸ ਕਰਕੇ ਜਿਹੜਾ ਸੀ ਉਹਨੇ ਆਪਣੀ ਇਕਲੌਤੀ ਸੱਗੀ ਵੇਚ ਕੇ ਨਵੇਂ ਡਿਜ਼ਾਈਨ ਦੇ ਕਾਂਟੇ ਬਣਵਾਏ ਤੇ ਆਪ ਜਿਹੜੀ ਸੀ ਉਹਨੇ ਸੱਗੀ ਨਹੀਂ ਪਾਈ। ਪਰ ਜਦੋਂ ਉਹਨੇ ਮੁੰਡਿਆਂ ਨੂੰ ਗੱਲਾਂ ਕਰਦੇ ਹੋਏ ਸੁਣਿਆ ਤਾਂ ਉਹਨੂੰ ਅਖੀਰ ਜਿਹੜਾ ਸੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਅਖੀਰ ਉਹਦਾ ਸਾਰਾ ਮਜ਼ਾ ਜਿਹੜਾ ਸੀ ਉਹ ਕਿਰਕਰਾ ਹੋ ਗਿਆ। ਕਿਉਂਕਿ ਜਿਹੜੀ ਸੱਟ ਸੀ ਉਹ ਉਹਦੇ ਦਿਲ 'ਤੇ ਲੱਗੀ ਸੀ, ਉਹਨੂੰ ਸਮਝ ਆ ਗਈ ਸੀ ਕਿ ਉਹਨੂੰ ਆਪਣੀ ਸੱਗੀ ਨਹੀਂ ਵੇਚਣੀ ਚਾਹੀਦੀ ਸੀ ਤੇ ਇਹ ਵਾਲਾ ਜਿਹੜਾ ਕਦਮ ਉਹਨੇ ਚੱਕਿਆ ਸੀ ਉਹਨੂੰ ਨਹੀਂ ਚੱਕਣਾ ਚਾਹੀਦਾ ਸੀ। ਪਰ ਹੁਣ ਕੀਤਾ ਤਾਂ ਕੁਛ ਵੀ ਨਹੀਂ ਸੀ ਜਾ ਸਕਦਾ। ਇਸ ਕਰਕੇ ਬੇਸ਼ੱਕ ਉਹ ਬਹਾਨਾ ਬਣਾ ਕੇ ਬੈਠ ਗਈ ਸੀ, ਉਹਨੂੰ ਅੰਦਰੂਨੀ ਜਿਹੜਾ ਹੈ ਕਹਿ ਲਓ ਕਿ ਗਮ ਖਾ ਗਿਆ ਸੀ, ਪਰ ਉਹ ਹੁਣ ਬੋਲ ਨਹੀਂ ਸੀ ਸਕਦੀ। ਇਸ ਕਰਕੇ ਉਹ ਬਹਾਨਾ ਬਣਾ ਕੇ ਬੈਠ ਗਈ ਸੀ ਕਿ ਉਹਦੇ ਜਿਹੜੀ ਹੈ ਗਿੱਟੇ ਨੂੰ ਮੋਚ ਆ ਗਈ ਹੈ। ਪਰ ਕਹਿੰਦੇ ਨਾ ਕਿ ਸਿਆਣਿਆਂ ਦੇ ਕੋਲੋਂ ਕੁਝ ਲੁਕਿਆ ਨਹੀਂ ਰਹਿੰਦਾ, ਸਿਆਣੇ ਝੱਟ ਤਾੜ ਜਾਂਦੇ ਆ ਕਿ ਚਿਹਰਾ ਪੜ੍ਹ ਲੈਂਦੇ ਆ ਕਿ ਕੀ ਹੋਇਆ ਆ। ਇਸ ਕਰਕੇ ਜਿਹੜਾ ਹੈ ਔਰਤਾਂ ਵੀ ਸਮਝ ਗਈਆਂ ਸੀ ਕਿ ਇਹ ਸੱਟ ਅਸਲ ਦੇ ਵਿੱਚ ਉਹਦੇ ਪੈਰ 'ਤੇ ਨਹੀਂ ਬਲਕਿ ਉਹਦੇ ਦਿਲ 'ਤੇ ਲੱਗੀ ਹੈ ਤੇ ਅੱਜ ਉਹਨੂੰ ਜਿਹੜਾ ਹੈ ਆਪਣੀ ਸੱਗੀ ਵੇਚਣ ਦੇ ਉੱਪਰ ਕਹਿ ਲਓ ਪਛਤਾਵਾ ਹੈ ਕਿ ਉਹਨੂੰ ਇਹ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਸੀ। ਓਕੇ, ਥੈਂਕ ਯੂ।